ਸਿੱਖ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜਸਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਵਾਲੇਕੁਮ, ਨਮਸਕਾਰ। ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਜੋ ਲਹਿੰਦਾ ਪੰਜਾਬ ਤੋਂ ਵੀ ਸਿੱਖ ਚੈਨਲ ਦੀ ਸ਼ੁਰੂਆਤ ਹੋਈ ਹੈ ਤੇ ਨੀਮ ਜੀ ਜੋ ਇਸ ਟਾਈਮ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ। ਲਹਿੰਦਾ ਪੰਜਾਬ ਦੇ ਜੋ ਗੁਰਧਾਮ ਸਾਡੇ ਤੋਂ ਵਿਛੜ ਚੁੱਕੇ ਨੇ ਉਹਨਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਜੋ ਕਿ ਸਾਨੂੰ ਲਾਈਵ ਟੈਲੀਕਾਸਟ ਜਿਹੜੀ ਹੈ ਰਿਕਾਰਡਿੰਗ ਜਿਹੜੀ ਹੈ ਵੱਖ-ਵੱਖ ਸੇਵਾਵਾਂ ਪਹਿਲਾਂ ਵੀ ਜੋ ਕਿ ਦਿਖਾਉਂਦੇ ਸੀਗੇ ਤੇ ਹੁਣ ਸਿੱਖ ਚੈਨਲ ਦੀ ਜੋ ਸ਼ੁਰੂਆਤ ਆ ਲਹਿੰਦੇ ਪੰਜਾਬ ਤੋਂ ਵੀ ਹੋ ਗਈ ਹੈ ਔਰ ਬਹੁਤ ਵਧੀਆ ਉਪਰਾਲਾ। ਔਰ ਇਸ ਉਪਰਾਲੇ ਨੂੰ ਜੋ ਹੋਰ ਕਾਮਯਾਬ ਕਰਨ ਵਾਸਤੇ ਆਪ ਸਭ ਨੂੰ ਇੱਕ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਚੈਨਲ ਤੁਸੀਂ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਇਸ ਦੇ ਪ੍ਰੋਗਰਾਮ ਜੋ ਆ ਕਿ ਉਹ ਲਾਈਕ ਕਰਕੇ ਤੇ ਸ਼ੇਅਰ ਵੀ ਕਰੋ। ਤੇ ਸਿੱਖ ਚੈਨਲ ਜੋ ਬਹੁਤ ਵਧੀਆ ਉਪਰਾਲਾ ਇੱਕ ਹੋਰ ਕਰ ਰਿਹਾ ਕਿ ਜੋ ਵਿਸਾਖੀ ਮੇਲਾ ਫਿਰ ਪੰਜਾ ਸਾਹਿਬ ਜੋ ਹੁਣ ਅਪ੍ਰੈਲ ਮਹੀਨੇ ਸਟਾਰਟ ਹੋਣਾ ਹੈ ਉਸ ਦਾ ਸਿੱਧਾ ਪ੍ਰਸਾਰਣ ਕਰੇਗਾ। ਜੋ ਸੰਗਤਾਂ ਜੋ ਆਪਣੇ ਇਸ ਚੈਨਲ ਵਾਸਤੇ ਜੋ ਸਹਿਯੋਗ ਕਰਨਾ ਚਾਹੁੰਦੀਆਂ ਹਨ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਨ ਤੇ ਇਸ ਚੈਨਲ ਨੂੰ ਜੋ ਕਿ ਵੱਧ ਤੋਂ ਵੱਧ ਸ਼ੇਅਰ ਕਰਨ ਉਪਰੰਤ ਨਾਲ ਇਹ ਵੀ ਇਸ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿੱਥੇ ਕਿ ਇਹ ਚੈਨਲ ਲਹਿੰਦੇ ਪੰਜਾਬ ਤੋਂ ਹੁਣ ਸਟਾਰਟ ਹੋਇਆ ਤੇ ਚੜ੍ਹਦੇ ਪੰਜਾਬ ਦੇ ਪ੍ਰੋਗਰਾਮ ਹੀ ਰਿਕਾਰਡਿੰਗ ਲਾਈਵ ਟੈਲੀਕਾਸਟ ਨਾਲ ਕਰਿਆ ਕਰੇਗਾ। ਤੇ ਬਹੁਤ ਧੰਨਵਾਦ ਕਰਦੇ ਹਾਂ ਲਹਿੰਦੇ ਪੰਜਾਬ ਦੀ ਟੀਮ ਦਾ ਵੀ ਜੋ ਇਸ ਚੈਨਲ ਨੂੰ ਜੋ ਚਲਾ ਰਹੇ ਨੇ। ਧੰਨਵਾਦ ਜੀ। ਦੇਸ਼ ਵਿਦੇਸ਼ ਦੀ ਸਮੂਹ ਸਾਸੰਗ ਜੀ ਸਤਿ ਸ੍ਰੀ ਅਕਾਲ। ਔਰ ਅੱਜ ਜਸਵਿੰਦਰ ਸਿੰਘ ਅੱਜ ਅਸੀਂ ਪਹੁੰਚੇ ਹਾਂ ਜੀ ਚੰਡੀਗੜ੍ਹ ਮੁਹਾਲੀ ਔਰ ਜਿੱਥੇ ਅਸੀਂ ਪ੍ਰੀਤੀ ਸਪਰੂ ਜੀ ਜੋ ਸਾਡੇ ਨੇ ਫਿਲਮ ਅਦਾਕਾਰ ਬਹੁਤ ਹੀ ਵਧੀਆ ਔਰ ਬਹੁਤ ਹੀ ਪੰਜਾਬੀ ਦੀ ਜੋ ਵਧੀਆ ਤਰੀਕੇ ਨਾਲ ਸੇਵਾ ਕਰ ਰਹੇ ਨੇ। ਬੜਾ ਸ਼ਲਾਘਾ ਜੋ ਕਦਮ ਅੱਜ ਅਸੀਂ ਉਹਨਾਂ ਨੇ ਖਾਸ ਇੰਟਰਵਿਊ ਕਰ ਰਹੇ ਹਾਂ। ਪ੍ਰੀਤੀ ਮੈਮ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ ਜੀ ਕਿਵੇਂ ਹਾਲ ਚਾਲ? ਵਾਹਿਗੁਰੂ ਦੀ ਕਿਰਪਾ ਜੀ। ਕਾਕੇ ਦੇ ਵਿਆਹ ਨਾਲ ਆਪਣੇ ਬੈਕਅਪ ਕੀਤਾ ਪੰਜਾਬੀ ਫਿਲਮ ਇੰਡਸਟਰੀ ਤੋਂ ਦੁਬਾਰਾ ਤੋਂ ਕੀ ਕਹਿਣਾ ਚਾਹੁੰਦੇ ਹੋ ਜੀ? ਕਾਕੇ ਦਾ ਵਿਆਹ ਮੇਰੇ ਹਸਬੰਡ ਦੇ ਫਰੈਂਡਸ ਦੀ ਫਿਲਮ ਸੀ ਹਾਂਜੀ ਤੇ ਉਹ ਰੋਜ਼ ਘਰ ਆਉਂਦੇ ਸੀ ਹਸਬੰਡ ਕੋਲ ਐਂਡ ਉਹਨਾਂ ਨੇ ਬਹੁਤ ਪ੍ਰੈਸ਼ਰਾਈਜ਼ ਕੀਤਾ ਕਿ ਕਰੋ ਕਰੋ ਫਿਲਮ ਤੁਸੀਂ। ਔਰ ਉਹਨਾਂ ਨੇ ਸੁਣਾਇਆ ਤੇ ਮੈਂ ਉਸ ਟਾਈਮ ਆਈ ਸੀ ਇੱਥੇ ਫਿਲਮ ਫੇਅਰ ਅਵਾਰਡ ਲੈਣ ਲਈ ਤੇ ਮੈਨੂੰ ਮੀਡੀਆ ਨੇ ਵੀ ਸਾਰਿਆਂ ਨੇ ਕਿਹਾ ਕਿ ਤੁਹਾਨੂੰ ਵਾਪਸ ਪਰਦੇ ਤੇ ਵੇਖਣਾ ਚਾਹੁੰਦੇ ਆ ਤੇ ਤੁਸੀਂ ਪਲੀਜ਼ ਕਰੋ ਕੰਮ। ਤੇ ਜਸਟ ਮੂਡ ਬਣ ਗਿਆ ਫਿਰ ਤੇ हाँ कर ਦਿੱਤੀ ਹੈ ਫਿਲਮ ਕਰ ਲਈ। ਮਜ਼ਾ ਆਇਆ। ਮੇਰੀ ਡਾਟਰਸ ਦੀ ਛੁੱਟੀਆਂ ਸੀਗੀ ਲਾਸਟ ਈਅਰ ਦਾ ਮਈ 'ਚ ਅਸੀਂ ਸ਼ੂਟ ਕੀਤੀ ਸੀ ਲੁਧਿਆਣੇ ਤੇ ਉਸ ਟਾਈਮ ਸ਼ੂਟਿੰਗ ਕਰਦੇ ਵੇਲੇ ਫਿਰ ਉਹ ਮਾਹੌਲ ਮੇਰੀ ਯਾਦਾਂ ਵਿੱਚ ਜਿਹੜਾ ਮੈਂ ਮਤਲਬ ਸਮੇਟ ਕੇ ਰੱਖਿਆ ਸੀ ਜਿਹੜੀ ਬਿਊਟੀਫੁਲ ਮੈਮਰੀਜ਼ ਆਫ ਮਾਈ ਪੰਜਾਬੀ ਫਿਲਮਸ ਦੈਟ ਇੱਥੇ ਅਸੀਂ ਸ਼ੂਟ ਕੀਤੀ ਸੀ ਤੇ ਉਹ ਫਿਰ ਭਾਵਨਾ ਜਾਗ ਗਈ ਤੇ ਮੈਂ डिसाइड किया कि मैं फिर से मैं बनाऊंगी ਤੇ ਹੁਣ ਮੈਂ ਆਪਣੀ ਪੰਜਾਬੀ ਫਿਲਮ ਸ਼ੁਰੂ ਕਰ ਰਹੀ ਹਾਂ ਜੀ ਬਾਪੂ ਦਾ ਵਿਆਹ। ਠੀਕ ਬਹੁਤ ਵਧੀਆ ਟਾਈਟਲ ਹੈ ਜੀ। ਉਹਦੇ ਬਾਰੇ ਜਾਣਕਾਰੀ ਦੱਸੋ ਜੀ ਬਾਪੂ ਦਾ ਵਿਆਹ ਬਾਰੇ ਜੀ। ਬਾਪੂ ਦਾ ਵਿਆਹ ਅੱਜ ਦੇ ਮਾਹੌਲ ਤੇ ਅੱਜ ਦੇ ਜਿਹੜੇ ਸਮੱਸਿਆ ਹੈਗੇ ਨਾ ਲੋਕਾਂ ਦੇ ਕਿ ਆਪਣੇ ਅਸੀਂ ਵੇਖ ਲਏ ਜੇ ਸਾਡੇ ਪੰਜਾਬ ਦੇ ਲੋਕੀ ਮੋਸਟ ਸੈਟਲਡ ਅਬਰੋਡ ਜੀ ਜੀ ਤੇ ਇੱਥੇ ਉਹਨਾਂ ਦੇ ਮਾਪਿਓ ਰਹਿੰਦੇ ਆ ਪਿੰਡਾਂ ਵਿੱਚ ਇਕੱਲੇ ਹੈਨਾ ਤੇ ਜੇ ਬੰਦਾ ਕੋਈ ਇਕੱਲਾ ਰਹਿ ਜਾਏ ਉਹਦੀ ਫਿਰ ਲਾਈਫ ਕੀ ਹੋਗੀ। ਇਜ਼ ਇਨ 50s ਪਤਾ ਨਹੀਂ ਕਿੰਨਾ ਜੀਵੇਗਾ 80 ਸਾਲ ਨਾਲ ਤੇ ਇਹ ਇੱਕ ਧੀ ਹੈ ਉਹ ਆਪਣੇ ਫਾਦਰ ਦੀ ਲਾਈਫ ਲਈ ਉਹ ਆਪਣੇ ਫਾਦਰ ਦਾ ਵਿਆਹ ਕਰਾਉਣਾ ਚਾਹੁੰਦੀ ਹੈ। ਠੀਕ ਉਹਨੂੰ ਲੱਗਦਾ ਉਹ ਵਿਆਹ ਕਰਕੇ ਚਲੀ ਜਾਏਗੀ ਫਿਰ ਉਹਦੇ ਪਿਓ ਦਾ ਉਹਦੇ ਦਾਦਾ ਜੀ ਦਾ ਖਿਆਲ ਕੌਣ ਰੱਖੇਗਾ। ਯਾਨੀ ਕਿ ਬੇਟੀ ਇੱਕ ਆਪਣੇ ਬਾਪ ਬਾਰੇ ਸੋਚਦੀ ਹੈ ਤੇ ਉਹਨਾਂ ਦਾ ਮੈਰਿਜ ਹੋ ਹਾਂ ਕਿ ਇੱਕ ਕੰਪੈਨੀਅਨਸ਼ਿਪ ਲਈ ਯੂ نو ਕਿ ਇੱਕ ਕੋਈ ਕਿਸੇ ਦਾ ਪਿਓ ਸਹਾਰਾ ਬਣ ਜਾਏ ਪਿਓ ਦਾ ਕੋਈ ਸਹਾਰਾ ਬਣ ਜਾਏ ਇਸ ਤਰ੍ਹਾਂ ਉਹ ਲੱਭਦੀ ਹੈ ਆਪਣੇ ਪਾਪਾ ਲਈ ਇੱਕ ਲੇਡੀ ਤੇ ਬਹੁਤ ਹਟਕੇ ਹੈ ਚੰਗੀ ਹੈ ਇੱਕ ਮੈਸੇਜ ਹੈ। ਤੁਸੀਂ ਘਰ ਵਿੱਚ ਨਰਸ ਲਾ ਕੇ ਰੱਖ ਲੈਂਦੇ ਹੋ ਯੂ نو ਕੰਪਨੀ ਲਈ ਟੇਕ ਕੇਅਰ ਲਈ ਤੂੰ ਕਿ ਵਿਆਹ ਵਿੱਚ ਕੀ ਖਰਾਬੀ ਜੇ ਤੁਸੀਂ ਇੱਕ ਮਿਡਲ ਏਜ ਲੇਡੀ ਔਰ ਮਿਡਲ ਏਜ ਪਰਸਨ ਨੂੰ ਸੋਚਦੇ ਹੋ ਕਿ ਇਹਨਾਂ ਨੂੰ ਨਾਲ ਮਤਲਬ ਜੀਣ ਦਾ ਮੌਕਾ ਮਿਲੇਗਾ ਇੱਕ ਲਾਈਫ ਪਾਰਟਨਰ ਮਿਲ ਜਾਏਗਾ ਕਿ ਜੋ ਲਾਈਫ ਪਾਰਟਨਰ ਤੋਂ ਬਿਨਾ ਜੋ ਉਹਨਾਂ ਦਾ ਕਿਸੇ ਵੀ ਵਿਅਕਤੀ ਦਾ ਕੋਈ ਵਧੀਆ ਸੋਚ ਨਹੀਂ ਸਕਦਾ। ਕੀ ਹੈ ਕਿ ਉਹਦਾ ਭਰਾ ਜਿਹੜਾ ਹੈ ਫਿਰ ਉਹ ਅਬਰੋਡ ਗਿਆ ਸੀ MBA ਕਰਨ ਲਈ ਉਥੇ ਵਿਆਹ ਕਰਕੇ ਅੰਗਰੇਜ਼ ਨਾਲ ਸੈਟਲ ਹੋ ਗਿਆ ਨਾ ਅੰਗਰੇਜ਼ ਲੇਡੀ ਨਾ ਤੇ ਜੁਆਇੰਟ ਫੈਮਿਲੀ ਵਿੱਚ ਰਹਿ ਸਕਦੀ ਹੈ ਉਹ ਉੱਥੇ ਕੰਮ ਕਰਦੀ ਹੈ ਨਾ ਉਹ ਇੰਡੀਆ ਆਉਣਾ ਚਾਹੁੰਦੀ ਹੈ ਤੇ ਜਿਹੜਾ ਪਿਓ ਹੈ ਉਹਦੇ ਤੇ ਸਾਰੇ ਸੁਪਨੇ ਮਤਲਬ ਖਤਮ ਹੋ ਗਏ ਨਾ ਕਿ ਬੇਟਾ MBA करके आएगा बिजनेस करेगा बताएगा मैं बच्चा नाल खेलांगा ਉਹਦੇ
ਤੇ ਉਹ ਸਾਰੇ ਫਿਰ ਉਹ ਬੰਦਾ ਬੜਾ ਮਾਯੂਸ ਹੋ ਜਾਂਦਾ ਹੈ ਨਾ ਲਾਈਫ 'ਚ। ਤੇ ਧੀ ਹੈ, ਧੀ ਹਮੇਸ਼ਾ ਆਪਣੇ ਮਾਪਿਓ ਲਈ, ਆਪਣੇ ਭਰਾਵਾਂ ਲਈ ਸੋਚਦੀ ਹੈ ਹਮੇਸ਼ਾ। ਉਹਦੇ ਇਹਦੇ ਵਿੱਚ ਇਹ ਵੀ ਪਲੱਸ ਪੁਆਇੰਟ, ਸੋਰੀ ਆਪਦੀ ਗੱਲ ਕੱਟੀ ਗਈ, ਇਸ ਵਿੱਚ ਇਹ ਵੀ ਪਲੱਸ ਪੁਆਇੰਟ ਆਉਂਦਾ ਕਿ ਜਿੱਥੇ ਤੁਸੀਂ ਕਾਫੀ ਆਪਣੀ ਜ਼ਿੰਦਗੀ ਵਿੱਚ ਵੀ ਅਦਰ ਕੰਟਰੀ ਵਿੱਚ ਜਾ ਕੇ ਜੋ ਸਮਾਂ ਬਿਤਾਇਆ ਹੈ, ਉਹ ਇਸ ਫਿਲਮ ਵਿੱਚ ਤੁਹਾਡੇ ਕਿਤੇ ਕੰਮ ਆਇਆ ਹੋਵੇਗਾ ਜੀ? ਬਾਪੂ ਦਾ ਵਿਆਹ ਵਿੱਚ ਹਾਂਜੀ, ਕਿ ਜਿਸ ਤਰ੍ਹਾਂ ਤੁਸੀਂ ਨਿੱਜੀ ਜ਼ਿੰਦਗੀ ਵਿੱਚ ਜਿੱਦਾਂ ਅਦਰ ਕੰਟਰੀ 'ਚ ਗਏ ਹੋ। ਨਹੀਂ, ਅਦਰ ਕੰਟਰੀਜ਼ ਤੇ ਵਿਜ਼ਿਟ ਕਰਦੀ ਆ ਮੈਂ, ਨਾਟ ਸਟੇ। ਆਈ ਲਵ ਮਾਈ ਕੰਟਰੀ ਜੀ ਜੀ। ਮੈਂ ਆਈ ਐਮ ਵੈਰੀ ਥਰੂਲੀ ਐਟ ਹਾਰਟ ਇੰਡੀਅਨ ਤੇ ਆਈ ਲਵ ਮਾਈ ਕੰਟਰੀ। ਕਦੇ ਵੀ ਆਪਣੀ ਕੰਟਰੀ ਛੱਡਣ ਦਾ ਤੇ ਖਿਆਲ ਵੀ ਨਹੀਂ ਹੈ। ਔਰ ਮੈਂ ਆਪਣੇ ਦੇਸ਼ ਦੇ ਕੰਮ ਆਉਣਾ ਚਾਹੁੰਦੀ ਹਾਂ, ਇਸ ਲਈ ਜਦ ਵੀ ਕਦੇ ਲੋੜ ਪੈਂਦੀ ਹੈ, ਮੈਂ ਹਮੇਸ਼ਾ ਪਿੱਛੇ ਕਸ਼ਮੀਰ 'ਚ ਅਰਥਕੁਏਕ ਆਇਆ ਸੀ ਤੇ ਆਈ ਥਿੰਕ ਪੰਜਾਬ ਵਿੱਚ ਪਹਿਲੀ ਵਾਰ ਕਲਾਕਾਰਾਂ ਦੀ ਰੈਲੀ ਮੈਂ ਕੱਢੀ ਸੀ ਲੁਧਿਆਣੇ ਤੋਂ, ਐਂਡ ਪ੍ਰਾਈਮ ਮਿਨਿਸਟਰ ਫੰਡ ਰਿਲੀਫ ਫੰਡ ਲਈ ਅਸੀਂ ਰੇਜ਼ ਕੀਤਾ ਸੀ ਕੁਝ ਆਪਣੇ ਵੱਲੋਂ ਜੋ ਵੀ ਹੋ ਸਕਦਾ ਸੀ ਅਮਾਊਂਟ। ਤੇ ਹਮੇਸ਼ਾ ਸੋਸ਼ਲ ਕਾਜ਼ਸ ਵਿੱਚ ਮੈਂ ਬਹੁਤ ਇੰਟਰਸਟਿਡ ਰਹੀ ਹਾਂ। ਫਿਲਮ ਐਕਟਿੰਗ ਇਹ ਤੇ ਮੇਰਾ ਹੈ ਹੀ ਪੈਸ਼ਨ। ਹੁਣ ਮੈਂ ਵਾਪਸ ਬਾਪੂ ਦਾ ਵਿਆਹ ਮੈਂ ਲਿਖੀ ਹੈ ਔਰ ਡਾਇਰੈਕਟ ਕਰ ਰਹੀ ਹਾਂ, ਪ੍ਰੋਡਿਊਸ ਕਰ ਰਹੀ ਹਾਂ ਐਂਡ ਵਿੱਚ ਐਕਟ ਵੀ ਕਰ ਰਹੀ ਹਾਂ। ਐਂਡ ਬਹੁਤ ਸਾਰੇ ਮੇਰੇ ਕਲੀਗਸ ਕਲਾਕਾਰਾਂ ਨੂੰ ਮੈਂ ਲਿੱਤਾ ਹੈ ਇਸ ਫਿਲਮ ਵਿੱਚ, ਸਾਰੇ ਬਹੁਤ ਸਾਰੇ ਕਲਾਕਾਰ ਨੇ। ਤੇ ਇਟਸ ਅ ਲਵ ਸਟੋਰੀ ਆਲਸੋ। ਜਿਹੜੀ ਕੁੜੀ ਹੈ ਉਹਦਾ ਮਤਲਬ ਵੈਰੀ ਬਿਊਟੀਫੁਲ, ਜਿਵੇਂ ਅੱਜ ਤੇ ਯੰਗ ਜਵਾਨਾਂ ਉਹਦੇ ਇੱਕ ਫਰੈਂਡ ਸਰਕਲ ਹੈਗਾ ਜਾਨੀ ਕਿ ਉਹਦੇ ਕਾਲਜ ਵਿੱਚ ਤੇ ਬਹੁਤ ਵਧੀਆ ਇੱਕ ਸੋਚ ਨੂੰ ਲੈ ਕੇ ਜਾਨੀ ਕਿ ਇੱਕ ਸਾਹਮਣੇ ਪੇਸ਼ਕਸ਼ ਕੀਤਾ ਗਿਆ। ਹਾਂਜੀ ਹਾਂਜੀ ਬਿਲਕੁਲ। ਤੇ ਮਾਂ ਬੋਲੀ ਪੰਜਾਬੀ ਦੀ ਬਹੁਤ ਵਧੀਆ ਸੇਵਾ ਕਰਦੇ ਹੋ ਔਰ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਤੇ ਜਿੱਥੇ ਆਪਣੇ ਕੁਝ ਕਲਾਕਾਰਾਂ ਦੀ ਫੰਡਿੰਗ ਬਾਰੇ ਦੱਸਿਆ, ਸਤੀਸ਼ ਕੌਲ ਜੀ ਦਾ ਜ਼ਿਕਰ ਕਰਨਾ ਚਾਹਾਂਗਾ ਕਿ ਆਪਨੇ ਉਹਨਾਂ ਦਾ ਜੋ ਹੌਸਲਾ ਵਧਾਇਆ ਔਰ ਉਹਨਾਂ ਦੀ ਹੈਲਪ ਵਾਸਤੇ ਅੱਗੇ ਆਏ। ਕੀ ਕਹਿਣਾ ਚਾਹੁੰਦੇ ਸਤੀਸ਼ ਕੌਲ ਜੀ ਬਾਰੇ ਜੀ? ਸਤੀਸ਼ ਕੌਲ ਜੀ ਨੂੰ ਮੈਂ ਬਚਪਨ ਤੋਂ ਵੇਖ ਰਹੀ ਹਾਂ। ਜਦ ਇਹ ਫਿਲਮ ਇੰਡਸਟਰੀ ਵਿੱਚ ਸਤੀਸ਼ ਕੌਲ ਆਈ ਸੀ ਤੇ ਪਾਪਾ ਮੇਰੇ ਕਸ਼ਮੀਰੀ ਸੀਗੇ ਨਾ ਜੰਮੂ ਤੋਂ, ਤੇ ਮੇਰੇ ਪਾਪਾ ਕੋਲ ਆਏ ਸੀਗੇ ਤੇ ਸਪੋਰਟ ਲਈ ਨਾ, ਜਿਵੇਂ ਐਡਵਾਈਸ ਲਈ ਕੋਈ ਵੱਡਾ ਆਪਣਾ ਸਮਝ ਕੇ। ਤੇ ਮੇਰੇ ਪਾਪਾ ਕੋਲ ਆਉਂਦੇ ਸੀ ਸਤੀਸ਼ ਜੀ, ਤੇ ਮੈਂ ਬਚਪਨ ਤੋਂ ਸਤੀਸ਼ ਜੀ ਨੂੰ ਵੇਖਦੀ ਹਾਂ। ਬਹੁਤ ਹੀ ਹੈਂਡਸਮ ਐਕਟਰ ਸੀਗੇ ਆਪਣੇ ਟਾਈਮ ਦੇ। ਮੈਂ ਤੇ ਉਹਨਾਂ ਦੇ ਨਾਲ ਇੱਕ ਹੀ ਫਿਲਮ ਕੀਤੀ ਹੈ, ਸੁਹਾਗ ਚੂੜਾ ਜੀ। ਉਹਨਾਂ ਦੇ ਨਾਲ ਜ਼ਿਆਦਾ ਮੈਨੂੰ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ, ਬਟ ਉਹਨਾਂ ਨੇ ਪੰਜਾਬੀ ਫਿਲਮਾਂ ਦੀ ਕਾਫੀ ਸੇਵਾ ਕੀ। ਉਹਨਾਂ ਨੇ ਬਹੁਤ ਸਾਰੀ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਔਰ ਕੁਝ ਮੈਂ ਸਮਝਦੀ ਹਾਂ ਕਿ ਉਸ ਟਾਈਮ ਤੇ ਨਾ ਐਕਟਰਸ ਵਰ ਨਾਟ ਪੇਡ ਦੈਟ ਮਚ, ਤੇ ਉਹ ਕੁਝ ਬੜੀ ਮਤਲਬ ਖੜੀ ਨਹੀਂ ਕਰ ਸਕੇ ਆਪਣੇ ਲਈ ਨਾ। ਇੱਕ ਉਹਨਾਂ ਦੱਸਿਆ ਨਿੱਜੀ ਜ਼ਿੰਦਗੀ ਕਿ ਜਿਸ ਤਰ੍ਹਾਂ ਉਹਨਾਂ ਨੂੰ ਕੁਝ ਲਾਸ ਹੋ ਗਿਆ ਸੀਗਾ, ਯਾਨੀ ਕਿ ਜੋ ਉਹਨਾਂ ਨੇ ਐਕਟਿੰਗ ਸਕੂਲ ਖੋਲਿਆ ਸੀਗਾ, ਜਾਂ ਫਿਰ ਉਹਨਾਂ ਦੇ ਮਦਰ ਫਾਦਰ ਕੈਂਸਰ ਦੇ ਰੋਗ ਤੋਂ ਪੀੜਤ ਸੀਗੇ, ਉਹਨਾਂ ਵੀ ਥੋੜੀ ਉਹਨਾਂ ਨੂੰ ਪ੍ਰੋਬਲਮਸ ਆਈ। ਤੇ ਕੁਝ ਉਹਨਾਂ ਦੀ ਕੋਈ ਨਿੱਜੀ ਜ਼ਿੰਦਗੀ ਕੁਝ ਗਲਤੀਆਂ ਵੀ ਹੋ ਗਈ ਉਹਨਾਂ ਤੋਂ। ਮੈਨੂੰ ਲੱਗਦਾ ਅੱਜ ਕੱਲ ਜਿਹੜਾ ਟਾਈਮ ਹੈ ਨਾ, ਸਾਰੇ ਕਲਾਕਾਰ ਤੁਸੀਂ ਦੇਖੋਗੇ ਹਿੰਦੀ ਫਿਲਮਸ ਦੇ ਵੀ ਸਾਰੇ ਅੱਜ ਕੱਲ ਉਹ ਟਾਈਮ ਆ ਗਿਆ ਜਦ ਕਲਾਕਾਰ ਸੋਚਦਾ ਹੈ ਕਿ ਫਿਲਮ ਲਾਈਨ ਤੋਂ ਹਟ ਕੇ ਵੀ ਕੁਝ ਬਿਜ਼ਨਸ ਕੋਈ ਪਾਰਟ ਵੀ, ਹਾਂ, ਤਾਂ ਕਿ ਤੁਹਾਨੂੰ ਕਦੇ 올ਡ ਏਜ ਵਿੱਚ ਪ੍ਰੋਬਲਮ ਨਾ ਆਏ। ਉਹ ਗੱਲ ਮੈਮ ਸਰ ਨੇ ਮੈਨੂੰ ਇੰਟਰਵਿਊ 'ਚ ਕਹੀ ਸੀਗੀ ਕਿ ਮੈਂ ਬਿਜ਼ਨਸ ਮਾਈਂਡਡ ਨਹੀਂ ਹੋਇਆ। ਅਗਰ ਮੈਂ ਬਿਜ਼ਨਸ ਮਾਈਂਡ ਹੁੰਦਾ ਤੇ ਅੱਜ ਮੇਰਾ ਇਹ ਹਾਲ ਜਾਂ ਇਹ ਨੁਕਸਾਨ ਹੋਣਾ। ਔਰ ਕਿਤੇ ਨਾ ਕਿਤੇ ਆਪਦਾ ਹੀ ਗੱਲ ਸਹੀ ਹੈ ਕਿ ਬਿਜ਼ਨਸ ਮਾਈਂਡ ਵੀ ਕੁਝ ਨਾ ਕੁਝ ਹੋਣਾ ਹੈ। ਹਾਂਜੀ, ਮੈਂ ਜਿਹੜਾ ਵਿੱਚੋਂ ਮਤਲਬ ਬ੍ਰੇਕ ਲਿੱਤਾ ਤੇ ਮੈਂ ਆਪਣੇ ਲਈ ਸਾਈਡ ਬਿਜ਼ਨਸ ਸਾਰਾ ਖੜਾ ਕਰਕੇ ਵਾਪਸ ਆਈ ਹਾਂ। ਔਰ ਆਪਣੇ ਬਹੁਤ ਆਪਣਾ ਜਦੋਂ ਇੰਟਰਵਿਊ ਦੱਸੇ ਬੱਚਿਆਂ ਨੂੰ ਸਮਾਂ ਦਿੱਤਾ ਔਰ ਆਪਣੇ ਪਰਿਵਾਰ ਵਾਸਤੇ ਜ਼ਿਕਰ ਕਰਦੇ, ਬਹੁਤ ਵਧੀਆ। ਕੁਝ ਦੱਸਣਾ ਚਾਹੁੰਦੇ ਜੀ ਬੱਚਿਆਂ ਬਾਰੇ ਜੀ? ਮੇਰੀ ਡਾਟਰਸ ਦੋਨੋਂ both are now 10 years old, ਬਹੁਤ ਟੈਲੈਂਟਡ ਨੇ। ਦੇ ਆਰ ਪੜ੍ਹਾਈ ਵਿੱਚ ਬਹੁਤ ਅੱਗੇ ਹੈ ਐਂਡ ਉਹਦੇ ਨਾਲ ਨਾਲ ਉਹ ਆਰਟਸ ਵਿੱਚ ਵੀ ਬਹੁਤ ਇੰਟਰਸਟ ਰੱਖਦੀ ਹੈ। ਦੋਨੋਂ ਸਿੰਗਿੰਗ ਵੀ ਸਿੱਖ ਰਹੀ ਹੈ, ਡਾਂਸਿੰਗ ਕਥਕ ਵੀ ਸਿੱਖ ਰਹੀ ਹੈ, ਡਰਾਮਾ ਸਪੀਚ ਤੇ ਵੀ ਜਾਣੀ ਹੈ। ਦੋਨੋਂ ਬਹੁਤ ਮੈਨੂੰ ਲੱਗਦਾ ਬਹੁਤ ਟੈਲੈਂਟਡ ਗਰਲਸ ਹੋਣਗੇ। ਅਸੀਂ ਆਪਦੀ ਜੋ ਫਿਲਮ ਲਾਈਨ ਵਾਲੇ ਹੁੰਦੇ ਆ ਕਿ ਜਿਸ ਤਰ੍ਹਾਂ ਵਰਿੰਦਰ ਜੀ ਨੇ ਬਹੁਤ ਸਮਾਂ ਕੱਢਿਆ ਔਰ ਬੜਾ ਸਮਾਂ ਲੰਘਿਆ ਔਰ ਬਹੁਤ ਹੀ ਵਧੀਆ ਸਕਸੈਸਫੁਲ ਫਿਲਮਾਂ ਆਈਆਂ, ਕੋਈ ਜ਼ਿਕਰ ਕਰਨਾ ਚਾਹੁੰਦੇ ਜੀ? ਵਰਿੰਦਰ ਜੀ ਤੋਂ ਬਹੁਤ ਕੁਝ ਸਿੱਖਿਆ। ਪਹਿਲੀ ਵਾਰ ਤੇ ਵਰਿੰਦਰ ਜੀ ਦੀ ਮਤਲਬ ਕਿਰਪਾ ਨਾਲ ਹੀ ਮੈਂ ਲਾਵਾਰਿਸ ਦੀ ਸ਼ੂਟਿੰਗ ਕਰਕੇ ਆਈ ਸੀ ਜੰਮੂ ਤੋਂ, ਕਸ਼ਮੀਰ ਤੋਂ। ਐਂਡ ਵਰਿੰਦਰ ਜੀ ਧਰਮ ਜੀ ਦੀ ਫੈਮਿਲੀ ਨਾਲ ਬਹੁਤ ਸਾਡੇ ਘਰ ਬਿਲਕੁਲ ਘਰ ਵਾਲੇ ਰਿਲੇਸ਼ਨ ਨੇ।
ਤੇ ਮੇਰੀ ਪਹਿਲੀ ਹਿੰਦੀ ਫਿਲਮ ਵੀ ਵਰਿੰਦਰ ਜੀ ਦੇ ਮਤਲਬ ਦਰਵਿੰਦਰ ਜੀ ਦੇ ਸਗੇ ਜੀਜਾ ਜੀ ਨੇ ਬਣਾਈ ਸੀ ਹਵਾਰੀ। ਤੇ ਜਦ ਇਹਨਾਂ ਨੇ ਲੰਬੜਦਾਰਨੀ ਬਣਾਈ ਸੀ ਆਈ ਥਿੰਕ, ਤੇ ਉਹਦੇ ਬਾਅਦ ਮੈਂ ਲਾਵਾਰਿਸ ਦੀ ਸ਼ੂਟਿੰਗ ਤੋਂ ਆਈ ਸੀ। ਵਰਿੰਦਰ ਜੀ ਨੇ ਮੈਨੂੰ ਕਿਹਾ ਪ੍ਰੀਤੀ ਮੈਂ ਸਰਪੰਚ ਬਣਾ ਰਿਹਾ, ਆਈ ਵਾਂਟ ਯੂ ਟੂ ਐਕਟ, ਤੁਸੀਂ ਪਲੀਜ਼ ਕਰੋ। ਤੇ ਫਿਰ ਉਹ ਫਿਲਮ ਸਰਪੰਚ ਦੀ ਸ਼ੂਟਿੰਗ ਵੇਲੇ ਮੈਂ ਵਾਸ ਓਨਲੀ 15 ਇਅਰਸ 올ਡ ਐਂਡ ਮੈਂ ਪਹਿਲੀ ਵਾਰ ਆਈ ਪੰਜਾਬ ਔਰ ਚੰਡੀਗੜ੍ਹ ਹੀ ਆਈ ਸੀ। ਚੰਡੀਗੜ੍ਹ ਦਾ ਸੌਰੀ ਮੈਂ ਆਪ ਨੂੰ ਵਰਡ ਟੋਕਦਾ ਇਸ ਚ ਕਹਿਣਾ ਚਾਹੁੰਦਾ ਕਿ ਆਪਣੇ ਡਿਮਾਂਡ ਕੀਤੀ ਸੀ ਚੰਡੀਗੜ੍ਹ ਕੋਠੀ ਪਾ ਦੇ। ਉਹੀ ਮੈਂ ਚੰਡੀਗੜ੍ਹ ਦੀ ਉਹ ਸੀਗੀ ਨਾ ਸਟੋਰੀ, ਤੇ ਬਹੁਤ ਅੱਛਾ ਲੱਗਿਆ ਸੀ ਉਹ ਫਿਲਮ ਦੀ ਸ਼ੂਟਿੰਗ ਕਰਕੇ। ਇੰਨਾ ਮੇਰਾ ਮੈਂ ਪਹਿਲੀ ਵਾਰ ਮੁੰਬਈ ਸ਼ਹਿਰ ਤੋਂ ਇੱਕ ਮੈਟਰੋਪੋਲੀਟਨ ਸਿਟੀ ਤੋਂ ਨਿਕਲ ਕੇ ਪੰਜਾਬ ਆਈ ਸੀ। ਆਈ ਜਸਟ ਫੈਲ ਇਨ ਲਵ ਵਿਦ ਪੰਜਾਬ। ਮੈਨੂੰ ਪੰਜਾਬ ਦੇ ਲੋਕ ਇੰਨੇ ਚੰਗੇ ਲੱਗੇ, ਮੈਨੂੰ ਇੱਥੇ ਪਿੰਡਾਂ ਵਿੱਚ ਸ਼ੂਟਿੰਗ ਕਰਕੇ ਇੰਨਾ ਚੰਗਾ ਲੱਗਿਆ ਕਿ ਮੈਂ ਸੋਚ ਲਿਆ ਕਿ ਨਹੀਂ ਪੰਜਾਬੀ ਫਿਲਮਾਂ ਛੱਡਣੀ ਨਹੀਂ, ਹੁਣ ਕਰਦੀ ਰਵਾਂਗੀ, ਤੇ ਕਰਦੀ ਰਹੀ। ਯਾਨੀ ਬਾਲੀਵੁੱਡ ਤੋਂ ਤੁਸੀਂ ਫਿਰ ਇਧਰ ਜੋ ਪੰਜਾਬੀ ਇੰਡਸਟਰੀ ਆ ਗਏ। 23 ਹਿੰਦੀ ਫਿਲਮਸ ਵੀ ਮੈਂ ਕੀਤੀ ਹੈ, ਹਾਂਜੀ, ਬਟ ਪੰਜਾਬੀ ਫਿਲਮਸ ਵਿੱਚ ਮੈਨੂੰ ਬਹੁਤ ਕੰਮ ਕਰਕੇ ਮਜ਼ਾ ਆਇਆ। ਪੰਜਾਬੀ ਚ ਹੀ ਉਹਨੇ ਜੀ ਬਟ ਜਿਹੜਾ ਉਸ ਟਾਈਮ ਸੀਗਾ ਨਾ ਮਾਹੌਲ ਪੰਜਾਬੀ ਫਿਲਮਾਂ ਦਾ, ਹੁਣ ਉਹ ਨਹੀਂ ਰਿਹਾ, ਉਹ ਨਹੀਂ ਰਿਹਾ। ਹੁਣ there is lot of commercial because I think ਹੁਣ ਨਾ ਜਿਹੜੀ ਪਹਿਲਾਂ ਫਿਲਮ ਇੰਡਸਟਰੀ ਡੋਮੀਨੇਟਡ ਪੰਜਾਬੀ ਫਿਲਮ ਸੀਗੀ, ਐਕਟਰਸ ਕੰਮ ਕਰ ਰਹੇ ਸੀ, ਸਿੰਗਰਸ ਤੇ ਆਈਟਮ ਸੌਂਗ ਲਈ ਹੁੰਦੇ ਸੀਗੇ। ਮੈਨੂੰ ਯਾਦ ਹੈ ਕਿ ਇਹ ਟ੍ਰੈਂਡ ਵੀ ਮੈਂ ਸ਼ੁਰੂ ਕੀਤਾ, ਸਿੰਗਰਾਂ ਨੂੰ ਹੀਰੋ ਲੈ ਕੇ। ਸਿਰਫ ਮੇਰੇ ਤੋਂ ਪਹਿਲਾਂ ਗੁਰਦਾਸ ਮਾਨ ਜੀ ਸੀਗੇ, ਬਟ ਉਹ ਤਾਂ ਸਟੇਜ ਐਕਟਰ ਵੀ ਸੀ, ਗੁਰਦਾਸ ਮਾਨ ਜੀ ਦਾ ਗੱਲ ਹੀ ਹੋਰ ਸੀ। ਉਹਦੇ ਬਾਅਦ ਪਹਿਲੀ ਵਾਰ ਮੈਂ 2 ਸਿੰਗਰਸ ਨੂੰ ਲੈ ਕੇ ਹੀਰੋ, ਮਲਕੀਤ ਸਿੰਘ ਐਂਡ ਹੰਸਰਾਜ ਹੰਸ। ਮੈਂ ਮਹਿੰਦੀ ਸ਼ਗਨਾ ਦੀ ਬਣਾਈ ਸੀ, ਮਹਿੰਦੀ ਸ਼ਗਨਾ ਦੀ ਬਹੁਤ ਵਧੀਆ Song ਸੀ। ਔਰ ਤੇ ਮੈਂ ਉਹੀ ਕਹਿ ਰਹੀ ਨਾ, ਮੈਂ ਟ੍ਰੈਂਡ ਉਹ ਸ਼ੁਰੂ ਕੀਤਾ ਸੀ। ਹੁਣ ਸਾਰੇ ਸਿੰਗਰ ਹੀ ਐਕਟਰ ਹੈ, ਪੰਜਾਬੀ ਫਿਲਮ ਵਿੱਚ ਐਕਟਰ ਨਹੀਂ ਰਹੇ। ਹੁਣ ਇੱਕ ਸ਼ਾਇਦ ਜਿੰਮੀ ਸ਼ੇਰਗਿੱਲ ਹੈ, ਬਾਕੀ ਸਾਰੇ ਸਿੰਗਰਸ ਐਕਟਰਸ ਨੇ। ਤੇ ਹੁਣ ਇੱਕ ਆਈ ਥਿੰਕ ਸਿੰਗਿੰਗ ਵਿੱਚ ਤੁਹਾਡਾ ਕਿੰਨਾ ਨਾਂ ਹੈ, ਉਹਨੇ ਤੁਸੀਂ ਐਕਟਿੰਗ ਲਈ ਹੋ। ਉਹ ਜੇ ਤੁਸੀਂ ਸਿੰਗਿੰਗ ਵਿੱਚ ਨਹੀਂ ਰਹੋਗੇ ਤਾਂ ਆਈ ਥਿੰਕ ਐਕਟਿੰਗ ਵਿੱਚ ਵੀ ਨਹੀਂ ਰਹੋਗੇ। ਹੁਣ ਇਟ ਬਿਕੇਮ ਸਿੰਗਿੰਗ ਡੋਮੀਨੇਟਡ ਫਿਲਮਸ, ਸੋ ਮਾਹੌਲ ਤੇ ਬਦਲ ਗਿਆ ਫਿਰ ਡੈਫੀਨਿਟਲੀ। ਗੁਰਦਾਸ ਮਾਨ ਜੀ ਦਾ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਉੱਚਾ ਬਾਬੇ ਨਾਨਕ ਦਾ ਫਿਲਮ ਆਪਨੇ ਕੀਤੀ, ਪਾਰਟ 2 ਕਿਤੇ ਨਾ ਕਿਤੇ ਹੋਣਾ ਚਾਹੀਦਾ, ਜਿਸ ਤਰ੍ਹਾਂ ਕਰਤਾਰਪੁਰ ਲਾਂਘਾ ਸਟਾਰਟ ਹੋ ਰਿਹਾ ਜੀ ਹੈ। ਤੇ ਗੁਰੂ ਨਾਨਕ ਜੀ ਦੇ ਬਹੁਤ ਮੇਰ ਫਿਲਮ ਤੇ ਉੱਚਾ ਬਾਬੇ ਨਾਨਕ ਦਾ was a lifetime experience ਔਰ ਬਹੁਤ ਹੀ ਸਾਨੂੰ ਮਜ਼ਾ ਆਇਆ। ਮੈਨੂੰ ਤੇ ਮੈਂ ਕਹੂੰਗੀ ਕਿ ਮੈਨੂੰ ਸਿੱਖੀਜ਼ਮ ਨਾਲ ਜੋੜਿਆ ਹੀ ਉਸ ਫਿਲਮ ਨੇ। ਮੈਨੂੰ ਇਨਲਾਈਟਨਮੈਂਟ ਹੋਈ, ਗੁਰੂ ਸਾਹਿਬ ਦੇ ਬਾਰੇ ਚ ਸਾਰਾ ਕੁਝ ਪਤਾ ਲੱਗਿਆ। ਉਹਦੇ ਬਾਅਦ ਮੈਂ ਉਸ ਰਸਤੇ ਵੀ ਮਤਲਬ ਚੱਲ ਪਈ ਨਾ, ਟੂ ਗੈਟ ਟੂ ਨੋ more about ਸਿੱਖੀਜ਼ਮ। ਨਨਕਾਣਾ ਸਾਹਿਬ ਜਾਣ ਦਾ ਮੌਕਾ ਮਿਲੇ ਤਾਂ ਜਾਣਾ ਚਾਹੋਗੇ ਜੀ? ਜ਼ਰੂਰ ਜਾਵਾਂਗੀ ਮੈਂ। ਹੁਣ ਮੇਰਾ ਇੰਡੀਆ ਦੇ ਗੁਰਦੁਆਰੇ ਵਿੱਚ ਇੱਕ ਹੀ ਰਹਿ ਗਿਆ, ਪਟਨਾ ਸਾਹਿਬ ਜੀ, ਔਰ ਪਟਨਾ ਸਾਹਿਬ ਹੁਣੇ ਇਸ ਸਾਲ ਜਾਊਂਗੀ। ਔਰ ਉਹਦੇ ਬਾਅਦ ਫਿਰ ਨਨਕਾਣਾ ਸਾਹਿਬ ਔਰ ਪੰਜਾ ਸਾਹਿਬ ਦੋਨੋਂ ਗੁਰਦੁਆਰੇ ਲੈਂਦੇ। ਪੰਜਾਬ ਦੇ ਜੋ ਕਲਾਕਾਰ, ਜੋ ਮੰਨ ਲਓ ਕਿ ਉਧਰ ਦੇ ਲੋਕ ਹੈਗੇ ਆ, ਬਹੁਤ ਆਪ ਨੂੰ ਵੀ ਸਾਡੇ ਇੰਡੀਆ ਦੇ ਕਲਾਕਾਰਾਂ ਨੂੰ ਬਹੁਤ ਪਿਆਰ ਕਰਦੇ ਆ, ਔਰ ਉਹਨਾਂ ਵਾਸਤੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੀ? ਤੁਸੀਂ ਬਿਲੀਵ ਨਹੀਂ ਕਰੋਗੇ, ਮੇਰੇ ਕੋਲ ਸ਼ਾਇਦ ਹੈਗਾ ਵੀ, ਅੱਜ ਤੋਂ ਆਈ ਥਿੰਕ 20-25 ਸਾਲ ਪਹਿਲਾਂ, 20 ਸਾਲ ਪਹਿਲਾਂ ਇਹਨਾਂ ਨੇ ਮੇਰਾ ਪੋਸਟ ਕਾਰਡ ਕੱਟਿਆ ਸੀ ਉੱਥੇ ਪਾਕਿਸਤਾਨ ਵਿੱਚ। ਮੇਡ ਇਨ ਪਾਕਿਸਤਾਨ ਮੇਰੇ ਕੋਲ ਪੋਸਟ ਕਾਰਡ ਹੈ ਮੇਰੀ ਫੋਟੋ ਨਾਲ, ਪ੍ਰੀਤੀ ਸਬਰੂ। ਤੇ ਮੈਨੂੰ ਲੱਗਦਾ ਕਿ ਪਾਕਿਸਤਾਨ ਦੇ ਵੀ ਜਿਹੜੇ ਪੰਜਾਬੀ ਆਪਣੇ ਹੈਗੇ ਬੰਦੇ ਉੱਥੇ, ਉਹਨਾਂ ਨੇ ਸਾਡੀ ਪੰਜਾਬੀ ਫਿਲਮਾਂ ਵੇਖੀਆਂ ਹੋਣਗੀ ਜੀ? ਬਹੁਤ ਵੇਖਦੇ ਜੀ, ਮੈਂ ਖੁਦ ਪਾਕਿਸਤਾਨ ਵਿਜ਼ਿਟ ਕੀਤਾ, ਔਰ ਪਾਕਿਸਤਾਨ ਵਿੱਚ ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਉਧਰ ਵੀਡੀਓ ਕੋਈ ਬੱਸਾਂ ਵਿੱਚ ਸਾਡੀਆਂ ਫਿਲਮਾਂ, ਸਾਡੇ Song ਚੱਲਦੇ ਆ। ਨਨਕਾਣਾ ਸਾਹਿਬ ਲਾਈਵ ਟੈਲੀਕਾਸਟ ਕੀਤਾ, ਪੰਜਾ ਸਾਹਿਬ, ਔਰ ਬਹੁਤ ਹੀ ਮੈਂ ਕਹਾਂਗਾ ਕਿ ਰੱਬ ਅੱਗੇ ਦੁਆ ਕਰਨਾ ਕਿ ਆਪ ਨੂੰ ਵੀ ਉਧਰ ਜਾਣ ਦਾ ਮੌਕਾ ਮਿਲੇ। ਔਰ ਕਿਤੇ ਨਾ ਕਿਤੇ ਜਿਹੜੀ ਕਿ ਕਸ਼ਮੀਰੀ ਗੇਟ ਲਾਹੌਰ ਜਾਣਾ ਹੈ ਇੱਕ ਵਾਰ ਜੀ। ਮੈਂ ਆਪਣਾ ਕਸ਼ਮੀਰੀ ਗੇਟ ਜੋ ਜਿਸ ਤਰ੍ਹਾਂ ਆਪਨੇ ਲਾਹੌਰ ਦਾ ਦੱਸਿਆ, ਔਰ ਉੱਥੇ ਨਾਲ ਹੀ ਚੂਨਾ ਮੰਡੀ ਲਾਹੌਰ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਹੈ, ਬਹੁਤ ਵਧੀਆ ਡਿਵੈਲਪ ਹੋਇਆ ਹੈ। ਔਰ ਲਾਹੌਰ ਵਿੱਚ ਨਜ਼ਦੀਕ ਹੀ ਜੋ ਸ਼ਹੀਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਸਥਾਨ ਹੈ ਜੀ। ਤੇ ਵਾਹਿਗੁਰੂ ਮਿਹਰ ਕਰੇ ਅਸੀਂ ਉਸ ਕਨਸੈਪਟ ਤੇ ਆਪਣਾ ਜੇ ਸਮਾਂ ਮਿਲਿਆ ਤੇ ਇੱਕ ਵਰਕ ਕਰਾਂਗੇ ਜੀ। ਪਾਕਿਸਤਾਨ ਨੂੰ ਕਹਿਣਾ ਚਾਹੀਦਾ ਹੈ, ਤੁਸੀਂ ਹਮੇਸ਼ਾ ਕਹਿੰਦੇ ਹੋ ਨਾ ਕਸ਼ਮੀਰ ਦੇ, ਤਾਂ ਅਸੀਂ ਕਵਾਂਗੇ ਲਾਹੌਰ ਦੇ ਦਿਓ।
ਸਾਨੂੰ ਲਾਹੌਰ ਦੇ ਦਿਓ, ਸਾਡੇ ਪੰਜਾਬੀ ਉੱਥੇ ਆਈ ਥਿੰਕ ਕਾਫੀ ਮਿਸ ਕਰਦੇ ਹੋਗੇ, ਹੈ ਨਾ ਜੀ ਪੰਜਾਬ। ਬਹੁਤ ਆਪ ਨੂੰ ਸਭ ਨੂੰ, ਔਰ ਦੁਆ ਕਰਦੇ ਆ ਕਿ ਆਪ ਨੂੰ ਸਭ ਰੱਬ ਅੱਗੇ ਅਰਦਾਸ ਕਰਦੇ ਆ ਤੇ ਜਲਦੀ ਜਲਦੀ ਆਪ ਨੂੰ ਜੋ ਦਰਸ਼ਨ ਦੀਦਾਰ ਹੋਣ ਨਨਕਾਣਾ ਸਾਹਿਬ, ਪੰਜਾ ਸਾਹਿਬ ਲਾਹੌਰ ਦੇ, ਔਰ ਆਪਦੇ ਜੋ ਪਿਤਾ ਜੀ ਦੀ ਜਨਮ ਭੂਮੀ ਆ ਤੇ ਉਹ ਵੀ ਆਪ ਨੂੰ ਮਿਲੇ। ਮੈਂ ਹਾਂਜੀ ਜ਼ਰੂਰ। ਨਹੀਂ, ਪਾਪਾ ਦੀ ਜਨਮ ਭੂਮੀ ਤੇ ਜੰਮੂ ਹੈ, ਹਾਂਜੀ ਹਾਂਜੀ। ਲਾਹੌਰ ਰਹੇ ਸੀ ਜਾ ਕੇ, ਬਾਅਦ 'ਚ ਬਹੁਤ ਲਾਹੌਰ ਵਧੀਆ। ਵਿੱਚ ਸ਼ਿਫਟ ਕੀਤਾ ਸੀ ਉਹਨਾਂ ਨੇ। ਔਰ ਕੁਛ ਆਪਣੀ ਫਿਲਮਾਂ 'ਚ ਕੋਈ ਗਾਣਾ ਬੋਲ ਕੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਜਾਂਦੇ ਸਮੇਂ, ਕੁਛ ਨਾ ਕੋਈ ਚੀਜ਼, ਕੋਈ ਮੈਸੇਜ? ਮੈਂ ਸਿੰਗਰ ਤੇ ਨਹੀਂ ਗਾਣਾ ਤੇ ਗਾ ਨਹੀਂ ਸਕਦੀ, ਬਟ ਦਰਸ਼ਕਾਂ ਨੂੰ ਇਹੀ ਕਹਾਂਗੀ ਕਿ ਪੰਜਾਬੀਆਂ ਦੀ ਗੱਲ ਹੀ ਕੁਛ ਹੋਰ ਹੈ। ਪੰਜਾਬੀ ਜਿੱਥੇ ਵੀ ਜਾਂਦੇ ਆ ਲੋਕਾਂ ਦੇ ਦਿਮਾਗ ਤੇ ਦਿਲਾਂ ਤੇ ਛਾ ਜਾਂਦੇ ਆ। ਇੰਨੀ ਪਿਆਰੀ ਕੌਮ ਮੇਰੀ ਪੰਜਾਬ ਦੀ। ਮੈਂ ਸਾਰਿਆਂ ਲਈ ਦੁਆ ਕਰਦੀ ਹਾਂ ਕਿ ਹਮੇਸ਼ਾ ਮੇਰਾ ਪੰਜਾਬ ਹੱਸਦਾ ਵਸਦਾ ਰਹੇ। ਬਹੁਤ ਬਹੁਤ ਧੰਨਵਾਦ ਜੀ। ਅਸੀਂ ਦੁਆ ਕਰਦੇ ਹਾਂ ਕਿ ਰੱਬ ਅੱਗੇ ਅਰਦਾਸ ਕਰਦੇ ਹਾਂ ਪ੍ਰੀਤੀ ਸਪਰੂ ਜੀ ਆਉਣ ਵਾਲੀ ਫਿਲਮ ਜੋ ਆ ਕਿ ਬਹੁਤ ਸੁਪਰ ਡੂਪਰ ਹਿੱਟ ਹੋਵੇ, ਔਰ ਆਪ ਸਭ ਪ੍ਰੀਤੀ ਸਪਰੂ ਜੀ ਦੇ ਆਉਣ ਵਾਲੇ ਕਨਸੈਪਟ ਨੂੰ ਜੋ ਕਿ ਸ਼ਲਾਘਾਯੋਗ ਇੱਕ ਕਦਮ ਜੋ ਕਿ ਉਹਨਾਂ ਨੇ ਇੱਕ ਬਹੁਤ ਵਧੀਆ ਜਿਹੜਾ ਇੱਕ ਜੋ ਸਾਹਮਣੇ ਨਜ਼ਰੀਆ ਰੱਖਿਆ ਹੈਗਾ ਵਾ, ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਬੜਾ ਵਧੀਆ ਸਮਾਂ ਜੀ। ਸਿੱਖ ਚੈਨਲ ਨੂੰ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜਸਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ, ਨਮਸਕਾਰ। ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਜੋ ਲਹਿੰਦਾ ਪੰਜਾਬ ਤੋਂ ਵੀ ਸਿੱਖ ਚੈਨਲ ਦੀ ਸ਼ੁਰੂਆਤ ਹੋਈ ਹੈ ਤੇ ਨੀਮ ਜੀ ਜੋ ਇਸ ਟਾਈਮ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ। ਲਹਿੰਦਾ ਪੰਜਾਬ ਦੇ ਜੋ ਗੁਰਧਾਮ ਸਾਡੇ ਤੋਂ ਵਿਛੜ ਚੁੱਕੇ ਨੇ ਉਹਨਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਜੋ ਕਿ ਸਾਨੂੰ ਲਾਈਵ ਟੈਲੀਕਾਸਟ ਜਿਹੜੀ ਹੈ ਰਿਕਾਰਡਿੰਗ ਜਿਹੜੀ ਹੈ ਵੱਖ-ਵੱਖ ਸੇਵਾਵਾਂ ਪਹਿਲਾਂ ਵੀ ਜੋ ਕਿ ਦਿਖਾਉਂਦੇ ਸੀਗੇ, ਤੇ ਹੁਣ ਸਿੱਖ ਚੈਨਲ ਦੀ ਜੋ ਸ਼ੁਰੂਆਤ ਆ ਲਹਿੰਦੇ ਪੰਜਾਬ ਤੋਂ ਵੀ ਹੋ ਗਈ ਹੈ, ਔਰ ਬਹੁਤ ਵਧੀਆ ਉਪਰਾਲਾ। ਔਰ ਇਸ ਉਪਰਾਲੇ ਨੂੰ ਜੋ ਹੋਰ ਕਾਮਯਾਬ ਕਰਨ ਵਾਸਤੇ ਆਪ ਸਭ ਨੂੰ ਇੱਕ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਚੈਨਲ ਤੁਸੀਂ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਇਸ ਦੇ ਪ੍ਰੋਗਰਾਮ ਜੋ ਆ ਕਿ ਉਹ ਲਾਈਕ ਕਰਕੇ ਤੇ ਸ਼ੇਅਰ ਵੀ ਕਰੋ। ਤੇ ਸਿੱਖ ਚੈਨਲ ਜੋ ਬਹੁਤ ਵਧੀਆ ਉਪਰਾਲਾ ਇੱਕ ਹੋਰ ਕਰ ਰਿਹਾ ਕਿ ਜੋ ਵਿਸਾਖੀ ਮੇਲਾ ਫਿਰ ਪੰਜਾ ਸਾਹਿਬ ਜੋ ਹੁਣ ਅਪ੍ਰੈਲ ਮਹੀਨੇ ਸਟਾਰਟ ਹੋਣਾ ਹੈ ਉਸ ਦਾ ਵੀ ਸਿੱਧਾ ਪ੍ਰਸਾਰਣ ਕਰੇਗਾ। ਜੋ ਸੰਗਤਾਂ ਜੋ ਆਪਣੇ ਇਸ ਚੈਨਲ ਵਾਸਤੇ ਜੋ ਸਹਿਯੋਗ ਕਰਨਾ ਚਾਹੁੰਦੀਆਂ ਹਨ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਨ ਤੇ ਇਸ ਚੈਨਲ ਨੂੰ ਜੋ ਕਿ ਵੱਧ ਤੋਂ ਵੱਧ ਸ਼ੇਅਰ ਕਰਨ ਉਪਰੰਤ ਨਾਲ ਇਹ ਵੀ ਇਸ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿੱਥੇ ਕਿ ਇਹ ਚੈਨਲ ਲਹਿੰਦੇ ਪੰਜਾਬ ਤੋਂ ਹੁਣ ਸਟਾਰਟ ਹੋਇਆ ਤੇ ਚੜ੍ਹਦੇ ਪੰਜਾਬ ਦੇ ਪ੍ਰੋਗਰਾਮ ਹੀ ਰਿਕਾਰਡਿੰਗ ਲਾਈਵ ਟੈਲੀਕਾਸਟ ਨਾਲ ਕਰਿਆ ਕਰੇਗਾ। ਤੇ ਬਹੁਤ ਧੰਨਵਾਦ ਕਰਦੇ ਹਾਂ ਲਹਿੰਦੇ ਪੰਜਾਬ ਦੀ ਟੀਮ ਦਾ ਵੀ ਜੋ ਇਸ ਚੈਨਲ ਨੂੰ ਜੋ ਚਲਾ ਰਹੇ ਨੇ। ਧੰਨਵਾਦ ਜੀ। ਸਿੱਖ ਚੈਨਲ ਨੂੰ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜਸਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ, ਨਮਸਕਾਰ। ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਜੋ ਲਹਿੰਦਾ ਪੰਜਾਬ ਤੋਂ ਵੀ ਸਿੱਖ ਚੈਨਲ ਦੀ ਸ਼ੁਰੂਆਤ ਹੋਈ ਹੈ ਤੇ ਨੀਮ ਜੀ ਜੋ ਇਸ ਟਾਈਮ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ। ਲਹਿੰਦਾ ਪੰਜਾਬ ਦੇ ਜੋ ਗੁਰਧਾਮ ਸਾਡੇ ਤੋਂ ਵਿਛੜ ਚੁੱਕੇ ਨੇ ਉਹਨਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਜੋ ਕਿ ਸਾਨੂੰ ਲਾਈਵ ਟੈਲੀਕਾਸਟ ਜਿਹੜੀ ਹੈ ਰਿਕਾਰਡਿੰਗ ਜਿਹੜੀ ਹੈ ਵੱਖ-ਵੱਖ ਸੇਵਾਵਾਂ ਪਹਿਲਾਂ ਵੀ ਜੋ ਕਿ ਦਿਖਾਉਂਦੇ ਸੀਗੇ, ਤੇ ਹੁਣ ਸਿੱਖ ਚੈਨਲ ਦੀ ਜੋ ਸ਼ੁਰੂਆਤ ਆ ਲਹਿੰਦੇ ਪੰਜਾਬ ਤੋਂ ਵੀ ਹੋ ਗਈ ਹੈ, ਔਰ ਬਹੁਤ ਵਧੀਆ ਉਪਰਾਲਾ। ਔਰ ਇਸ ਉਪਰਾਲੇ ਨੂੰ ਜੋ ਹੋਰ ਕਾਮਯਾਬ ਕਰਨ ਵਾਸਤੇ ਆਪ ਸਭ ਨੂੰ ਇੱਕ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਚੈਨਲ ਤੁਸੀਂ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਇਸ ਦੇ ਪ੍ਰੋਗਰਾਮ ਜੋ ਆ ਕਿ ਉਹ ਲਾਈਕ ਕਰਕੇ ਤੇ ਸ਼ੇਅਰ ਵੀ ਕਰੋ। ਤੇ ਸਿੱਖ ਚੈਨਲ ਜੋ ਬਹੁਤ ਵਧੀਆ ਉਪਰਾਲਾ ਇੱਕ ਹੋਰ ਕਰ ਰਿਹਾ ਕਿ ਜੋ ਵਿਸਾਖੀ ਮੇਲਾ ਫਿਰ ਪੰਜਾ ਸਾਹਿਬ ਜੋ ਹੁਣ ਅਪ੍ਰੈਲ ਮਹੀਨੇ ਸਟਾਰਟ ਹੋਣਾ ਹੈ ਉਸ ਦਾ ਵੀ ਸਿੱਧਾ ਪ੍ਰਸਾਰਣ ਕਰੇਗਾ। ਜੋ ਸੰਗਤਾਂ ਜੋ ਆਪਣੇ ਇਸ ਚੈਨਲ ਵਾਸਤੇ ਜੋ ਸਹਿਯੋਗ ਕਰਨਾ ਚਾਹੁੰਦੀਆਂ ਹਨ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਨ ਤੇ ਇਸ ਚੈਨਲ ਨੂੰ ਜੋ ਕਿ ਵੱਧ ਤੋਂ ਵੱਧ ਸ਼ੇਅਰ ਕਰਨ ਉਪਰੰਤ ਨਾਲ ਇਹ ਵੀ ਇਸ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿੱਥੇ ਕਿ ਇਹ ਚੈਨਲ ਲਹਿੰਦੇ ਪੰਜਾਬ ਤੋਂ ਹੁਣ ਸਟਾਰਟ ਹੋਇਆ ਤੇ ਚੜ੍ਹਦੇ ਪੰਜਾਬ ਦੇ ਪ੍ਰੋਗਰਾਮ ਹੀ ਰਿਕਾਰਡਿੰਗ ਲਾਈਵ ਟੈਲੀਕਾਸਟ ਨਾਲ ਕਰਿਆ ਕਰੇਗਾ। ਤੇ ਬਹੁਤ ਧੰਨਵਾਦ ਕਰਦੇ ਹਾਂ ਲਹਿੰਦੇ ਪੰਜਾਬ ਦੀ ਟੀਮ ਦਾ ਵੀ ਜੋ ਇਸ ਚੈਨਲ ਨੂੰ ਜੋ ਚਲਾ ਰਹੇ ਨੇ। ਧੰਨਵਾਦ ਜੀ। जी मेरा नाम जोकर है। हाँ जी। कहता है जोकर सारा जमाना आधी हकीकत आधा फसाना, चश्मा उतारो फिर देखो यारो दुनिया नहीं है चेहरा पुराना। वाह जनाब तो ये है मेरा नाम जोकर, क्योंकि अपने पे हंसकर जग को हंसाया,
बन के तमाशा सरस मेले में आया, जीना यहाँ रहना यहाँ, इसके सिवा जाना कहाँ। जी हम राजस्थान के बहुरूपीय कलाकार हैं और यहाँ 8 कलाकारों के साथ हम राजस्थान के जयपुर के पास में बांदीकुई से पधारे हैं और अपनी यहाँ रोज़ नए नए किरदारों के साथ लोगों को, आने वाले जो अतिथि हैं उनका मनोभाव का मनोरंजन कर रहे हैं और लोगों को हंसाना और खिलाना हमारा कार्य है। इसलिए राजस्थान की पारंपरिक विधाओं को लेकर हम इन लोगों को एक छल भर की हंसी मुस्कान देने के लिए राजस्थान के बहुरूपीय कलाकार जैसे जिन हैं, जैसे जौखर है, जैसे शिव भोलेनाथ हैं, जैसे विनोद खन्ना, मेरा गांव मेरा देश के डाकू साहब हैं, तो सभी लोग यहाँ लोगों को नए नए तरीके से अपना मनोरंजन करेंगे। और 2 मिनट मेरा गांव मेरा देश के डाकू साहब भी, आप भी कुछ बोलिए। हाँ जी सर। जय भवानी। जय भवानी। घबराना नहीं, ये सरस मेला है, इसको लूटने नहीं सलामी देने आए हैं। वाह। क्योंकि डाकुओं की बस्ती के अंदर आंसू की कोई कीमत नहीं होती जी। और इस बटाला जो अपने एरिया के जो क्षेत्र के जो मेरे चाहने वाले हैं उन सब निवेदन ये करना चाहते हैं कि इस मेले का लुत्फ लीजिए और जितने भी यहाँ हिंदुस्तान से जो कलाकार आए हैं अपनी संस्कृति लेकर उसको देखने का मौका मत छोड़िए। क्योंकि ये जो मेला है, इस मेले में डाकू जब्बर सिंह, कल का अभिनेता और आज का MP विनोद खन्ना, मेरा गांव मेरा देश। एक डायलॉग हो जाए, एक डायलॉग हो जाए। कौन है वो गद्दार जो पुलिस वाले का दलाल बन के चंबलों के बेटों से गद्दारी करता है? वाह। अगर सामने आया तो चैन की मौत मिलेगी और जब्बर ने ढूंढ के निकाला तो वो मौत मारेगा जहाँ पानी होगा पिलाने वाला कोई नहीं। मार दिया जाए या छोड़ दिया अगर पुलिस वाले का खुफिया आदि बनकर डाकुओं की अगर बात पहुंचाएगा, उसको हम भोलेनाथ के पास जाके आशीर्वाद दे के उनको फिनिश करवाएंगे। जी मेरा नाम नगोरी है। कहाँ से? राजस्थान तो बांदीकुई जिला जयपुर तो आए हैं जी। हाँ जी, हाँ जी, हाँ जी। और ये अपने डाकू जब्बर सिंह जी हैं जी जी। और ये हमारे बेहरू सिंह जी हैं, ये हमारे जोकर साहब जी हैं, ये हमारे परशुराम जी हैं। ठीक है। ਅਸੀਂ राजस्थान तो आए थे बटाले 'ਚ प्रोग्राम करने वास्ते जी, सानू बहुत चंगा लग्या और बहुत इत्थों की पब्लिक भी बहुत अच्छी है। हाँ जी। ते साडा भी बहुत मन खुश हो रहा, मेला लग्या था तो इन्होंने सद्या है तो सानू तन मन धन नाल इन्हों खुश करने वास्ते आए हैं। बाम बाम लहे कैलाश निवासी हरी। सरस मेले में पहली बार आए हैं, बहुत अच्छा लग रहा है, बहुत आनंद मिल रहा है, यहाँ की पब्लिक बहुत अच्छी है। और मैं ये कहना चाहूँगा कि यहाँ बच्चे बड़े हैं, लुत्फ लें और मज़ा लें यहाँ की संस्कृति का, और बहुत अच्छा मेला है, सरस मेला बहुत अच्छा है। थैंक यू। मेले ਵਿੱਚ बहुत ਵਧੀਆ ਇੱਥੇ ਖਾਣੇ ਲੱਗੇ ਹੋਏ ਆ, बहुत ਵਧੀਆ ਚੀਜ਼ਾਂ ਲੱਗੀਆਂ ਹੋਈਆਂ ਆ, ਬਹੁਤ ਇੰਜੋਏ ਕਰ ਰਹੇ ਆ ਸਾਰੇ। मैम आपका नाम की जी? आपका नाम? ਮੇਰਾ ਨਾਮ ਰੁਪਿੰਦਰ। कितों रहने वाले हो? ਅਸੀਂ ਬਟਾਲਾ ਦੇ ਹੀ ਆ ਲੋਕਲ। और बटाला जो मेला लग गया जिस तरह पहली बार ये वाला प्रोग्राम हैगा, और किस तरह का महसूस हो रहा? ਬਹੁਤ ਵਧੀਆ ਮਹਿਸੂਸ ਹੋ ਰਿਹਾ ਆ। और चाहते हो कि ਇਹੋ ਜਿਹੇ ਮੇਲੇ ਦੁਬਾਰਾ ਵੀ ਲੱਗਦੇ ਰਹਿਣ? ਹਾਂਜੀ ਹਾਂਜੀ, ਅਸੀਂ ਚਾਹੁੰਦੇ ਹਾਂ ਕਿ ਸਾਡੇ ਬਟਾਲੇ 'ਚ ਐਵੇਂ ਦੇ ਮੇਲੇ ਲੱਗਣ। थैंक यू। ਇੰਦਰਜੀਤ ਕੌਰ, कितों रहने वाले हो? ਬਟਾਲਾ ਨਿਊ ਬਟਾਲਾ ਕਲੋਨੀ। और दसोगे कि अज मेले में शामिल होए हो, किवें महसूस हो रहा मेले में आके? ਮੇਲੇ ਵਿੱਚ ਸ਼ਾਮਲ ਹੋਏ ਆ, ਬਹੁਤ ਵਧੀਆ ਮਹਿਸੂਸ ਹੋ ਰਿਹਾ, ਕਾਫੀ ਕੁਛ ਆ, ਅਲੱਗ ਚੀਜ਼ਾਂ ਆਈਆਂ ਨੇ, ਦੇਖਣ ਦਾ ਮਜ਼ਾ ਆ ਰਿਹਾ, ਆਨੰਦ ਮਾਣ ਰਹੇ ਆ, ਸ਼ਾਪਿੰਗ ਕਰ ਰਹੇ ਆ। ਅੱਗੇ ਤੋਂ ਵੀ ਇਦਾਂ ਦਾ ਮੇਲਾ ਬਟਾਲੇ 'ਚ ਲੱਗੇ ਤਾਂ ਕਿ ਲੋਕਾਂ ਨੂੰ ਬਾਹਰ ਜਾਣ ਦੀ ਪ੍ਰੋਬਲਮ ਨਾ ਆਵੇ, ਇੱਥੇ ਸਭ ਕੁਝ ਮਿਲ ਜੇ। ठीक, थैंक यू। क्या जी? इस तरह कहाँ के रहने वाले आप? नागालैंड। नागालैंड से पंजाब में आए हैं और मेले में शामिल हुए, कैसा लगा है? यहाँ का जैसे स्टॉल आपने लगाया है, जो जैसे फ्लावर आप सेल कर रहे हैं, तो यहाँ कैसा काम चल रहा है अभी तक तो अच्छा है। लोगों को अवेयरनेस नहीं, या ये प्रॉब्लम आ रही है? तो मेले में के बारे में कुछ कहना चाहेंगे कि आप ऐसे मेले में दोबारा भी आएंगे? हाँ लगाएगा। ठीक है। सिख चैनल ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜਸਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਵਾਲੇਕੁਮ, ਨਮਸਕਾਰ। ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਜੋ ਲਹਿੰਦਾ ਪੰਜਾਬ ਤੋਂ ਵੀ ਸਿੱਖ ਚੈਨਲ ਦੀ ਸ਼ੁਰੂਆਤ ਹੋਈ ਹੈ ਤੇ ਨੀਮ ਜੀ ਜੋ ਇਸ ਟਾਈਮ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ। ਲਹਿੰਦਾ ਪੰਜਾਬ ਦੇ ਜੋ ਗੁਰਧਾਮ ਸਾਡੇ ਤੋਂ ਵਿਛੜ ਚੁੱਕੇ ਨੇ, ਉਹਨਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਜੋ ਕਿ ਸਾਨੂੰ ਲਾਈਵ ਟੈਲੀਕਾਸਟ ਜਿਹੜੀ ਹੈ, ਰਿਕਾਰਡਿੰਗ ਜਿਹੜੀ ਹੈ, ਵੱਖ-ਵੱਖ ਸੇਵਾਵਾਂ ਪਹਿਲਾਂ ਵੀ ਜੋ ਕਿ ਦਿਖਾਉਂਦੇ ਸੀਗੇ, ਤੇ ਹੁਣ ਸਿੱਖ ਚੈਨਲ ਦੀ ਜੋ ਸ਼ੁਰੂਆਤ ਆ ਲਹਿੰਦੇ ਪੰਜਾਬ ਤੋਂ ਵੀ ਹੋ ਗਈ ਹੈ।
ਔਰ ਬਹੁਤ ਵਧੀਆ ਉਪਰਾਲਾ। ਔਰ ਇਸ ਉਪਰਾਲੇ ਨੂੰ ਜੋ ਹੋਰ ਕਾਮਯਾਬ ਕਰਨ ਵਾਸਤੇ ਆਪ ਸਭ ਨੂੰ ਇੱਕ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਚੈਨਲ ਤੁਸੀਂ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਇਸ ਦੇ ਪ੍ਰੋਗਰਾਮ ਜੋ ਆ ਕਿ ਉਹ ਲਾਈਕ ਕਰਕੇ ਤੇ ਸ਼ੇਅਰ ਵੀ ਕਰੋ। ਤੇ ਸਿੱਖ ਚੈਨਲ ਜੋ ਬਹੁਤ ਵਧੀਆ ਉਪਰਾਲਾ ਇੱਕ ਹੋਰ ਕਰ ਰਿਹਾ ਕਿ ਜੋ ਵਿਸਾਖੀ ਮੇਲਾ ਫਿਰ ਪੰਜਾ ਸਾਹਿਬ ਜੋ ਹੁਣ ਅਪ੍ਰੈਲ ਮਹੀਨੇ ਸਟਾਰਟ ਹੋਣਾ ਹੈ ਉਸ ਦਾ ਸਿੱਧਾ ਪ੍ਰਸਾਰਣ ਕਰੇਗਾ। ਜੋ ਸੰਗਤਾਂ ਜੋ ਆਪਣੇ ਇਸ ਚੈਨਲ ਵਾਸਤੇ ਜੋ ਸਹਿਯੋਗ ਕਰਨਾ ਚਾਹੁੰਦੀਆਂ ਹਨ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਨ ਤੇ ਇਸ ਚੈਨਲ ਨੂੰ ਜੋ ਕਿ ਵੱਧ ਤੋਂ ਵੱਧ ਸ਼ੇਅਰ ਕਰਨ ਉਪਰੰਤ ਨਾਲ ਇਹ ਵੀ ਇਸ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿੱਥੇ ਕਿ ਇਹ ਚੈਨਲ ਲਹਿੰਦੇ ਪੰਜਾਬ ਤੋਂ ਹੁਣ ਸਟਾਰਟ ਹੋਇਆ ਤੇ ਚੜ੍ਹਦੇ ਪੰਜਾਬ ਦੇ ਪ੍ਰੋਗਰਾਮ ਹੀ ਰਿਕਾਰਡਿੰਗ ਲਾਈਵ ਟੈਲੀਕਾਸਟ ਨਾਲ ਕਰਿਆ ਕਰੇਗਾ। ਤੇ ਬਹੁਤ ਧੰਨਵਾਦ ਕਰਦੇ ਹਾਂ ਲਹਿੰਦੇ ਪੰਜਾਬ ਦੀ ਟੀਮ ਦਾ ਵੀ ਜੋ ਇਸ ਚੈਨਲ ਨੂੰ ਜੋ ਚਲਾ ਰਹੇ ਨੇ। ਧੰਨਵਾਦ ਜੀ। ਪਰਮਜੀਤ ਕੌਰ। ਕਿੱਥੋਂ ਰਹਿਣ ਵਾਲੇ ਹੋ? ਹਾਂਜੀ ਅਸੀਂ ਨਿਊ ਪਟਿਆਲਾ ਕਲੋਨੀ ਤੋਂ। ਹਾਂਜੀ ਦੱਸੋ ਕਿ ਅੱਜ ਮੇਲੇ ਵਿੱਚ ਸ਼ਾਮਲ ਹੋਏ ਹੋ, ਕਿਵੇਂ ਪ੍ਰੋਗਰਾਮ ਦਾ? ਹਾਂਜੀ ਬਹੁਤ ਵਧੀਆ ਲੱਗਾ, ਅਸੀਂ ਸ਼ੋਪਿੰਗ ਕਰਦੇ ਪਏ ਆ। ਹਾਂਜੀ ਔਰ ਜਿਸ ਤਰ੍ਹਾਂ ਬਟਾਲੇ ਵਿੱਚ ਕਰੀਬ ਪਹਿਲਾ ਮੇਲਾ ਇਹ ਵਾਲਾ ਔਰ ਇਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਫਿਰ ਤੋਂ ਆਰਗੇਨਾਈਜ਼ੇਸ਼ਨ ਹੁੰਦੇ ਰਹਿਣ? ਹਾਂਜੀ ਹਾਂਜੀ ਬਹੁਤ ਵਧੀਆ ਲੱਗਦਾ ਵੀ ਸ਼ੋਪਿੰਗ ਕਰਨ ਦੇ ਵਧੀਆ ਲੱਗਦਾ ਪਿਆ, ਗਾਂ ਤੋਂ ਵੀ ਲੱਗੇ ਇਦਾਂ। ਠੀਕ ਥੈਂਕ ਯੂ। ਹਾਂਜੀ ਸਿੱਖ ਚੈਨਲ ਨੂੰ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜਸਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਵਾਲੇਕੁਮ, ਨਮਸਕਾਰ। ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਜੋ ਲਹਿੰਦਾ ਪੰਜਾਬ ਤੋਂ ਵੀ ਸਿੱਖ ਚੈਨਲ ਦੀ ਸ਼ੁਰੂਆਤ ਹੋਈ ਹੈ ਤੇ ਨੀਮ ਜੀ ਜੋ ਇਸ ਟਾਈਮ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ। ਲਹਿੰਦਾ ਪੰਜਾਬ ਦੇ ਜੋ ਗੁਰਧਾਮ ਸਾਡੇ ਤੋਂ ਵਿਛੜ ਚੁੱਕੇ ਨੇ ਉਹਨਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਜੋ ਕਿ ਸਾਨੂੰ ਲਾਈਵ ਟੈਲੀਕਾਸਟ ਜਿਹੜੀ ਹੈ ਰਿਕਾਰਡਿੰਗ ਜਿਹੜੀ ਹੈ ਵੱਖ-ਵੱਖ ਸੇਵਾਵਾਂ ਪਹਿਲਾਂ ਵੀ ਜੋ ਕਿ ਦਿਖਾਉਂਦੇ ਸੀਗੇ ਤੇ ਹੁਣ ਸਿੱਖ ਚੈਨਲ ਦੀ ਜੋ ਸ਼ੁਰੂਆਤ ਆ ਲਹਿੰਦੇ ਪੰਜਾਬ ਤੋਂ ਵੀ ਹੋ ਗਈ ਹੈ ਔਰ ਬਹੁਤ ਵਧੀਆ ਉਪਰਾਲਾ। ਔਰ ਇਸ ਉਪਰਾਲੇ ਨੂੰ ਜੋ ਹੋਰ ਕਾਮਯਾਬ ਕਰਨ ਵਾਸਤੇ ਆਪ ਸਭ ਨੂੰ ਇੱਕ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਚੈਨਲ ਤੁਸੀਂ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਇਸ ਦੇ ਪ੍ਰੋਗਰਾਮ ਜੋ ਆ ਕਿ ਉਹ ਲਾਈਕ ਕਰਕੇ ਤੇ ਸ਼ੇਅਰ ਵੀ ਕਰੋ। ਤੇ ਸਿੱਖ ਚੈਨਲ ਜੋ ਬਹੁਤ ਵਧੀਆ ਉਪਰਾਲਾ ਇੱਕ ਹੋਰ ਕਰ ਰਿਹਾ ਕਿ ਜੋ ਵਿਸਾਖੀ ਮੇਲਾ ਫਿਰ ਪੰਜਾ ਸਾਹਿਬ ਜੋ ਹੁਣ ਅਪ੍ਰੈਲ ਮਹੀਨੇ ਸਟਾਰਟ ਹੋਣਾ ਹੈ ਉਸ ਦਾ ਸਿੱਧਾ ਪ੍ਰਸਾਰਣ ਕਰੇਗਾ। ਜੋ ਸੰਗਤਾਂ ਜੋ ਆਪਣੇ ਇਸ ਚੈਨਲ ਵਾਸਤੇ ਜੋ ਸਹਿਯੋਗ ਕਰਨਾ ਚਾਹੁੰਦੀਆਂ ਹਨ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਨ ਤੇ ਇਸ ਚੈਨਲ ਨੂੰ ਜੋ ਕਿ ਵੱਧ ਤੋਂ ਵੱਧ ਸ਼ੇਅਰ ਕਰਨ ਉਪਰੰਤ ਨਾਲ ਇਹ ਵੀ ਇਸ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿੱਥੇ ਕਿ ਇਹ ਚੈਨਲ ਲਹਿੰਦੇ ਪੰਜਾਬ ਤੋਂ ਹੁਣ ਸਟਾਰਟ ਹੋਇਆ ਤੇ ਚੜ੍ਹਦੇ ਪੰਜਾਬ ਦੇ ਪ੍ਰੋਗਰਾਮ ਹੀ ਰਿਕਾਰਡਿੰਗ ਲਾਈਵ ਟੈਲੀਕਾਸਟ ਨਾਲ ਕਰਿਆ ਕਰੇਗਾ। ਤੇ ਬਹੁਤ ਧੰਨਵਾਦ ਕਰਦੇ ਹਾਂ ਲਹਿੰਦੇ ਪੰਜਾਬ ਦੀ ਟੀਮ ਦਾ ਵੀ ਜੋ ਇਸ ਚੈਨਲ ਨੂੰ ਜੋ ਚਲਾ ਰਹੇ ਨੇ। ਧੰਨਵਾਦ ਜੀ।